ਇਸ ਚੀਜ਼ ਨੂੰ ਸਾਡੀ ਸਰਕਾਰ, ਸਾਡੇ ਲੋਕ ਸਮਝਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਅਤੇ ਗੁਰੂ ਮਹਾਰਾਜ ਦੇ ਜਿਹੜੇ ਸਿੰਘ ਨੇ ਉਹ ਹਿੰਸਕ ਨਹੀਂ ਹੁੰਦੇ। ਰਹਿੰਦੀ ਦੁਨੀਆ ਤੱਕ ਗੁਰੂ ਪਾਤਸ਼ਾਹ ਦਾ ਪਰਿਵਾਰ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਹਾਦਤ ਦਿੱਤੀ, ਉਹ ਸਾਡੀ ਸਿਮਰਤੀ ਦਾ ਇੱਕ ਹਿੱਸਾ ਰਹੇਗਾ। ਕਿ ਗੁਰਮਤਿ ਦੇ ਵਿੱਚ ਕੀ ਚਮਤਕਾਰ ਹੈ, ਚਮਤਕਾਰ ਹੈ ਜਾਂ ਨਹੀਂ, ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪ ਦਿਓਗੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਇਕੱਤਰ ਹੋਏ ਵਿਭਾਗ ਦੇ ਵਿਦਿਆਰਥੀ, ਖੋਜਾਰਥੀ, ਅਧਿਆਪਕ ਸਾਹਿਬਾਨ, ਧੰਨਵਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਰੂਪ ਦੇ ਵਿੱਚ ਨਾ ਕੇਵਲ ਅਸੀਂ ਬਲਕਿ ਪੂਰਾ, ਜਿਸ ਨੂੰ ਤੁਸੀਂ ਹਿੰਦੁਸਤਾਨ ਕਹਿੰਦੇ ਹੋ, ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾ ਹੁੰਦੀ ਤਾਂ ਸ਼ਾਇਦ ਅਸੀਂ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਜੀਵਨ ਨਾ ਜਿਉ ਰਹੇ ਹੁੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਇੱਕ ਇਤਿਹਾਸ ਦੇ ਅਧਿਆਪਕ ਨੇ ਪ੍ਰਸ਼ਨ ਪਾਇਆ। ਪ੍ਰਸ਼ਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਸਨ? ਤਾਂ ਵਿਦਿਆਰਥੀ ਨੇ ਪ੍ਰਸ਼ਨ ਦਾ ਉੱਤਰ ਇਹਨਾਂ ਸ਼ਬਦਾਂ ਦੇ ਨਾਲ ਸ਼ੁਰੂ ਕੀਤਾ ਕਿ ਸ਼੍ਰੀਮਾਨ ਜੀ, ਜੋ ਤੁਸੀਂ ਪ੍ਰਸ਼ਨ ਪੁੱਛਿਆ, ਇਹ ਪ੍ਰਸ਼ਨ ਸਹੀ ਤਰੀਕੇ ਨਾਲ ਨਹੀਂ ਪੁੱਛਿਆ ਗਿਆ। ਤੁਹਾਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਨਹੀਂ ਸਨ। ਜਦੋਂ ਅਸੀਂ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਦੀ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਸੀ, ਦੱਸਣ ਦਾ ਯਤਨ ਕਰੀਏ, ਸਾਡੀ ਕਲਮ, ਸਾਡੀ ਜ਼ੁਬਾਨ, ਸਾਡੀ ਸੋਚ ਛੋਟੀ ਰਹਿ ਜਾਂਦੀ ਹੈ। ਡਾਕਟਰ ਗੁਰਮੇਲ ਸਿੰਘ ਜੀ ਨੇ ਬਹੁਤ ਭਾਵਪੂਰਤ ਔਰ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਜੋ ਕੁਝ ਆਪਣਾ ਪੇਪਰ ਰੂਪ ਦੇ ਵਿੱਚ ਲਿਖਿਆ ਅਤੇ ਅਸੀਂ ਸਾਰਿਆਂ ਨੇ ਸੁਣਿਆ। ਸੁਣ ਕੇ ਲੱਗਦਾ ਸੀ ਕਿ ਡਾਕਟਰ ਸਾਹਿਬ ਨੇ ਬਹੁਤ ਪੱਖ ਗੁਰੂ ਸਾਹਿਬ ਦੇ ਆਪਣੇ ਵੱਲੋਂ ਕਲਮਬੰਦ ਕੀਤੇ ਨੇ, ਪਰੰਤੂ ਫਿਰ ਵੀ ਇਹ ਖੁਦ ਮਹਿਸੂਸ ਕਰਦੇ ਹੋਣਗੇ ਕਿ ਬਹੁਤ ਕੁਝ ਜੋ ਮੈਂ ਬਿਆਨ ਕਰਨਾ ਸੀ ਰਹਿ ਗਿਆ। ਕਵੀਆਂ ਦੀਆਂ ਬਹੁਤ ਖੂਬਸੂਰਤ, ਬਹੁਤ ਚੰਗੀਆਂ ਨਜ਼ਮਾਂ ਤੁਸੀਂ ਪੇਸ਼ ਕੀਤੀਆਂ ਨੇ। ਫਿਰ ਵੀ ਸਾਨੂੰ ਇਹ ਲੱਗਦਾ ਸੀ ਅਸੀਂ ਬਹੁਤ ਚੰਗੀਆਂ ਜਿਹੜੀਆਂ ਕਵਿਤਾਵਾਂ ਸੁਣਦੇ ਹੋਏ, ਗੀਤ ਸੁਣਦੇ ਹੋਏ, ਕਵਿਸ਼ਰੀ ਸੁਣਦੇ ਹੋਏ, ਫਿਰ ਵੀ ਇੰਝ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਦੇ ਵਿੱਚ ਹੋਰ ਖੂਬਸੂਰਤ ਸ਼ਬਦ ਕਹੇ ਜਾ ਸਕਦੇ ਨੇ। ਮਹਾਰਾਜ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹਨਾਂ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ, ਨਾ ਕੋਈ ਹੋਣਾ ਹੈ। ਅਤੇ ਜਿਵੇਂ ਅਸੀਂ ਧਰਮ ਦੇ ਵਿਦਿਆਰਥੀ ਹਾਂ ਅਤੇ ਅਕਸਰ ਇੱਕ ਪ੍ਰਸ਼ਨ ਆਉਂਦਾ ਹੈ ਕਿ ਗੁਰਮਤਿ ਦੇ ਵਿੱਚ ਕੀ ਚਮਤਕਾਰ ਹੈ, ਚਮਤਕਾਰ ਹੈ ਜਾਂ ਨਹੀਂ, ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪ ਦਿਓਗੇ। ਪਰੰਤੂ ਮੈਂ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਜੀਵਨ ਦੇ ਵਿੱਚ ਇੱਦਾਂ ਦੇ ਚਮਤਕਾਰ ਸਾਡੇ ਲੋਕਾਂ ਤੋਂ, ਭਾਵ ਖਾਲਸੇ ਤੋਂ ਕਰਵਾਏ ਨੇ। ਇੱਕ ਪਾਸੇ ਮੈਂ ਛੋਟੀ ਐਗਜ਼ਾਮਪਲ ਲਵਾਂਗਾ, ਭਾਈ ਬਚਿੱਤਰ ਸਿੰਘ ਵਰਗਾ ਖੂਨੀ ਹਾਥੀ ਦੇ ਨਾਲ ਮੁਕਾਬਲਾ ਲੈ ਸਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਣਾ ਜੀਵਨ ਵੀ ਦੇਖੀਏ ਕਿ ਉਹਨਾਂ ਨੇ ਕਿਸੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ, ਪਰੰਤੂ ਜਿੰਨੇ ਵੀ ਹਮਲੇ ਗੁਰੂ ਮਹਾਰਾਜ 'ਤੇ ਹੋਏ, ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਸ਼ਹਿਨਸ਼ਾਹ ਦਰਵੇਸ਼ ਭਾਈ ਨੰਦ ਲਾਲ ਜੀ ਦੇ ਸ਼ਬਦਾਂ ਦੇ ਵਿੱਚ ਇੱਥੇ ਜ਼ਿਕਰ ਵੀ ਹੋ ਰਿਹਾ ਸੀ। ਗੁਰੂ ਮਹਾਰਾਜ ਕਿੰਨੇ ਖੂਬਸੂਰਤ ਹੋਣ, ਇੱਕ ਕਲਾਕਾਰ ਦੀ ਜਿਹੜੀ ਪੇਂਟਿੰਗ ਹੈ
ਉਹਨਾਂ ਦੇ ਦਰਬਾਰ ਨੂੰ ਦੇਖ ਕੇ ਸਾਡੇ ਪਿੱਛੇ ਸਟੇਜ 'ਤੇ ਲੱਗੀ ਹੋਈ ਹੈ, ਇੱਥੋਂ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਪਰੰਤੂ ਜਦੋਂ ਅਸੀਂ ਹਕੂਮਤ ਦੀ ਗੱਲ ਕਰਦੇ ਹਾਂ, ਉਸ ਮੌਕੇ ਦੀਆਂ ਸਾਰੀਆਂ ਹਕੂਮਤਾਂ, ਭਾਵੇਂ ਮੁਗਲ ਹਕੂਮਤ ਹੈ ਜਾਂ 22 ਧਾਰ ਦੇ ਰਾਜੇ, ਜਿਨ੍ਹਾਂ ਨੂੰ ਅਸੀਂ ਅੱਜ ਵੀ ਹਕੂਮਤਾਂ ਲੋਕਾਂ ਨੂੰ ਤੰਗ ਕਰਦਿਆਂ ਨੇ, ਹਕੂਮਤ ਦਾ ਕੰਮ ਹੀ ਇਹ ਹੁੰਦਾ ਕਿ ਲੋਕਾਂ ਨੂੰ ਤੰਗ ਕਰੇ। ਪਰੰਤੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲੋਕਾਂ ਨੂੰ ਹਕੂਮਤ ਦੀ ਤੰਗੀ ਤੋਂ ਮੁਕਤ ਕਰਾਉਣ ਵਾਲੇ ਨੇ। ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਗਿਆ, ਸਾਰੀਆਂ ਹਕੂਮਤਾਂ ਲੱਗੀਆਂ ਹੋਈਆਂ ਨੇ, ਦਿਨੋਂ ਦਿਨ ਘੇਰਾ ਟਾਈਟ ਹੈ। ਐਡੀਆਂ ਵੱਡੀਆਂ ਹਕੂਮਤਾਂ ਜਿੱਦਾਂ ਡਾਕਟਰ ਗੁਰਮੇਲ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਸੀ, ਜਿਨ੍ਹਾਂ ਨੂੰ ਮਾਣ ਸੀ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ, ਪਰੰਤੂ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਵੱਲ ਜਾਣ ਦੀ ਕਿਸੇ ਦੀ ਜ਼ਰੂਰਤ ਨਹੀਂ ਸੀ। ਕਸਮਾਂ ਖਾਧੀਆਂ ਗਈਆਂ, ਜਿਹੜੇ ਵੱਡੇ ਦੀਨ ਦੀ ਗੱਲ ਕਰਦੇ ਸੀ, ਜਿਹੜੇ ਦੀਨ ਦੇ ਲਈ ਲੋਕਾਂ ਨੂੰ ਕਤਲ ਕਰ ਰਹੇ ਸੀ, ਕੁਰਾਨ ਦੀਆਂ ਕਸਮਾਂ ਖਾ ਕੇ ਗੁਰੂ ਮਹਾਰਾਜ ਤੋਂ ਕਿਲਾ ਖਾਲੀ ਕਰਵਾਉਂਦੇ ਨੇ। ਪਰੰਤੂ ਉੱਥੇ ਵੀ ਗੁਰੂ ਮਹਾਰਾਜ ਨੇ ਇੱਕ ਚਮਤਕਾਰ ਕੀਤਾ ਕਿ ਜੋ ਖਾਲਸੇ ਦੀ ਸਿਰਜਣਾ ਦੇ ਉੱਤੇ ਕਿਹਾ ਸੀਗਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਦਾ ਹੁਕਮ ਪਾਤਸ਼ਾਹ ਨੇ ਮੰਨਿਆ, ਅਨੰਦਪੁਰ ਦਾ ਕਿਲਾ ਛੱਡਿਆ। ਜੇ ਮੈਂ ਸਾਰਾ ਜ਼ਿਕਰ ਕਰਦਾ ਜਾਵਾਂਗਾ ਤਾਂ ਸ਼ਾਇਦ ਕਾਫੀ ਲੰਮਾ ਸਮਾਂ ਲੱਗੇਗਾ। ਇੱਥੇ ਜ਼ਿਕਰ ਹੋਇਆ ਸੀਗਾ, ਸ਼ਾਇਦ ਡਾਕਟਰ ਰਿਤੂ ਰਾਜ ਜੀ ਕਰ ਰਹੇ ਸੀ, ਮੈਂ ਕਿਉਂਕਿ ਮੇਰੀ ਡਿਊਟੀ ਹੈ ਮੈਂ ਧੰਨਵਾਦ ਕਰਾਂ, ਧੰਨਵਾਦ ਕਰਦੇ ਕਰਦੇ ਕੁਝ ਗੱਲਾਂ ਯਾਦ ਆ ਜਾਂਦੀਆਂ ਨੇ। ਡਾਕਟਰ ਰਿਤੂ ਰਾਜ ਜੀ ਨੇ ਇੱਕ ਨੁਕਤਾ ਸਾਡੇ ਸਾਹਮਣੇ ਰੱਖਿਆ ਸੀਗਾ ਕਿ ਆਪਣਾ ਕੋਈ ਪਰਿਵਾਰ ਛੱਡ ਸਕਦਾ ਹੈ, ਆਪਣਾ ਕੋਈ ਕੰਮ ਧੰਦਾ ਛੱਡ ਸਕਦਾ ਹੈ, ਆਪਣੇ ਜੀਵਨ ਦਾ ਤਿਆਗ ਕਰ ਸਕਦਾ ਹੈ, ਪਰੰਤੂ ਆਪਣੇ ਸਾਰੇ ਕੁਝ ਦਾ, ਸਾਰੇ ਸਰਵੰਸ ਦਾ ਜਿਹੜਾ ਸ਼ਹਾਦਤ ਜੇਕਰ ਕਿਸੇ ਦੇ ਹਿੱਸੇ ਆਈ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਆਈ ਹੈ। ਇੱਦਾਂ ਦੀ ਸ਼ਹਾਦਤ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲੇਗੀ। ਮੈਂ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਸਮਝਣ ਦਾ ਯਤਨ ਕਰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਸ਼ਹਾਦਤਾਂ ਦੇ ਨਾਲ ਸਾਨੂੰ ਜੀਵਨ ਦੇ ਅਰਥ ਸਮਝਾਏ ਨੇ। ਜਿਹੜਾ ਜੀਵਨ ਅਸੀਂ ਆਮ ਤੌਰ 'ਤੇ ਜਿਉਂਦੇ ਹਾਂ ਉਹ ਬੜਾ ਛੋਟਾ ਹੈ। ਕਿੰਨਾ ਛੋਟਾ ਹੈ? ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਆਪਣੇ ਦਾਦੇ ਪੜਦਾਦੇ ਤੋਂ ਬਾਅਦ ਆਪਣੀਆਂ ਪੀੜ੍ਹੀਆਂ ਨੂੰ ਭੁੱਲ ਜਾਓਗੇ ਜਾਂ ਪਤਾ ਨਹੀਂ ਹੈ। ਬਹੁਤ ਸਾਰੇ ਲੋਕ ਕਹਿੰਦੇ ਵੀ ਹਰਿਦੁਆਰ ਲਿਖਿਆ, ਪਰੰਤੂ ਹਰਿਦੁਆਰ ਵੀ ਪੂਰਾ ਕੁਝ ਨਹੀਂ ਲਿਖਿਆ ਹੋਇਆ। ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ, ਹੁਣ ਵੀ ਜਿੰਦਾ ਨੇ। ਇਹ ਗੱਲ ਸ਼ਾਇਦ ਕਿਸੇ ਪੇਪਰ ਦੇ ਵਿੱਚ ਵੀ ਹੋਈ ਸੀ ਕਿ ਉਹ ਸਦੀਵ ਨੇ ਔਰ ਰਹਿੰਦੀ ਦੁਨੀਆ ਤੱਕ ਗੁਰੂ ਪਾਤਸ਼ਾਹ ਦਾ ਪਰਿਵਾਰ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਸ਼ਹਾਦਤ ਦਿੱਤੀ, ਉਹ ਸਾਡੀ ਸਿਮਰਤੀ ਦਾ ਇੱਕ ਹਿੱਸਾ ਰਹੇਗਾ। ਸਿਮਰਤੀ ਤੋਂ ਮੈਂ ਗੱਲ ਯਾਦ ਕਰਦਾ ਹੈ, ਅੱਜ ਤੁਹਾਡੀਆਂ ਜਿਹੜੀਆਂ ਰਚਨਾਵਾਂ ਨੂੰ ਸੁਣਦੇ ਹੋਏ ਸੱਚਮੁੱਚ ਮੈਨੂੰ ਇੰਝ ਲੱਗਦਾ ਸੀਗਾ ਕਿ ਅਸੀਂ ਹਰ ਸਾਲ ਇੱਕ ਇਹਨੂੰ ਨਿਰੰਤਰ ਕਾਰਜਾਂ ਦਾ ਇੱਕ ਹਿੱਸਾ ਬਣਾਈਏ। ਅਸੀਂ ਆਪਣੇ ਬੱਚਿਆਂ ਦੇ ਜਾਂ ਆਪਣੇ ਖੁਦ ਦੇ ਜਨਮ ਦਿਹਾੜੇ ਬੜੇ ਚਾਅ ਨਾਲ ਮਨਾਉਂਦੇ ਹਾਂ, ਪਰੰਤੂ ਪਾਤਸ਼ਾਹ ਦਾ ਦਿਹਾੜਾ ਸਾਨੂੰ ਇਸੇ ਚਾਅ ਦੇ ਨਾਲ ਹਰ ਸਾਲ ਮਨਾਉਣਾ ਚਾਹੀਦਾ। ਗੁਰੂ ਮਹਾਰਾਜ ਸਾਡੇ 'ਤੇ ਮਿਹਰ ਕਰਨਗੇ। ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਹੋਰ ਜਿੰਨਾ ਕੁਝ ਮਤਲਬ ਬੋਲਿਆ ਜਾ ਸਕਦਾ, ਪਰੰਤੂ ਮੈਂ ਇੱਕ ਗੱਲ ਕਹਾਂਗਾ ਕਿ ਤੁਸੀਂ ਕਿਸੇ ਵੀ ਸੰਕਟ ਦੇ ਵਿੱਚ ਹੋਵੋ, ਕਿੱਡੇ ਵੱਡੇ ਖਤਰੇ ਦੇ ਵਿੱਚ ਹੋਵੋ, ਉਹ ਖਤਰੇ ਦੇ ਵਿੱਚ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰੋ ਤੇ ਗੁਰੂ ਮਹਾਰਾਜ ਤੁਹਾਡੀ ਆਸਰਾ, ਓਟ ਆਸਰੇ ਦੇ ਵਜੋਂ ਤੁਹਾਡੇ ਵਿੱਚ ਹਾਜ਼ਰ ਹੁੰਦੇ ਨੇ। ਇਹੀ ਓਟ ਆਸਰਾ ਗੁਰੂ ਮਹਾਰਾਜ ਨੇ ਸਾਨੂੰ ਗੁਰੂ ਮਾਨਿਓ ਗ੍ਰੰਥ ਦੇ ਰੂਪ ਦੇ ਵਿੱਚ, ਗੁਰਬਾਣੀ ਨੂੰ ਗੁਰੂ ਮੰਨਣ ਦਾ ਜਿਹੜਾ ਸ਼ਬਦ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੰਦੇਸ਼ ਦਿੱਤਾ ਸੀ, ਉਹ ਸਾਡੇ ਉੱਤੇ ਕਿਰਪਾ ਕੀਤੀ ਹੈ ਕਿ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਜਦੋਂ ਵੀ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਸੰਕਟ ਹੈ, ਬਹੁਤ ਵੱਡੇ ਸੰਕਟ ਆਉਂਦੇ ਨੇ,
ਸੰਕਟ ਤੋਂ ਗੱਲ ਚੱਲੀ, ਸਾਡੀ ਇੱਕ ਲੋਕ ਧਾਰਾ ਦੇ ਵਿੱਚ ਇੱਕ ਗੱਲ ਚੱਲੀ ਹੋਈ ਹੈ ਕਿ ਲੱਖਾਂ ਗਿੱਦੜਾਂ ਦੇ ਵਿੱਚ ਇੱਕ ਸ਼ੇਰ ਕਾਫੀ ਹੈ। ਅਤੇ ਉਦੋਂ ਜਿਹੜੇ ਲੋਕ ਅੱਜ ਸਿੱਖਾਂ ਨੂੰ, ਕੋਈ ਕਹਿੰਦਾ ਜੀ ਇਹ ਤਾਂ ਅੱਤਵਾਦੀ ਨੇ, ਮੈਂ ਇਸ ਗੱਲ 'ਤੇ ਵੀ ਆਵਾਂਗਾ। ਜਿੱਥੇ ਕੋਈ ਪੱਗ ਦੀ ਗੱਲ ਆਉਂਦੀ ਹੈ ਨਾਲ ਦੀ ਨਾਲ ਕਹੇਗਾ ਕਿ ਵੱਖਵਾਦੀ ਹੈ। ਅੱਜ 26 ਜਨਵਰੀ ਦੇ ਵਿੱਚ ਕਿਹਾ ਜਾਂਦਾ ਕਿ ਪੋਸਟਰ ਲਗਾਏ ਗਏ ਨੇ ਦਸਤਾਰ ਵਾਲੇ ਸਿੰਘਾਂ ਦੇ, ਜਾਣ-ਬੁੱਝ ਕੇ ਲਗਾਏ ਗਏ ਨੇ, ਕਿਉਂਕਿ ਕਿਸਾਨ ਹੱਕ ਮੰਗਦਾ, ਕਿਸਾਨਾਂ ਨੂੰ ਹੱਕ ਨਾ ਦਿੱਤੇ ਜਾਣ, ਇਸ ਚੀਜ਼ ਨੂੰ ਡਾਇਵਰਟ ਕਰਨ ਦੇ ਲਈ। ਮੈਂ ਜਦੋਂ ਗੱਲ ਕਰ ਰਿਹਾ ਸੀਗਾ ਕਿ ਇਕੱਲਾ ਖਾਲਸਾ, ਅਤੇ ਜਦੋਂ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਅਤੇ ਉਹਦੇ ਵਿੱਚ 95% ਕੁਰਬਾਨੀਆਂ, 95% ਜੇਲ੍ਹਾਂ ਦੇ ਵਿੱਚ ਜਾਣ ਵਾਲੇ, ਫਾਂਸੀ 'ਤੇ ਚੜ੍ਹਨ ਵਾਲੇ, ਉਹ ਦਸਤਾਰ ਵਾਲੇ ਸੀ। ਇਹਦੇ ਪਿੱਛੇ ਕੀ ਸੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰੇਰਨਾ ਸੀ। ਅੱਜ ਫਿਰ ਜਿਵੇਂ ਇੱਥੇ ਇੱਕ ਨੌਜਵਾਨ ਨੇ ਦਸਤਾਰ ਦੀ ਵੀ ਗੱਲ ਕੀਤੀ ਹੈ, ਜਦੋਂ ਅਸੀਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਹਾਂ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਇਸ ਰੂਪ ਦੇ ਵਿੱਚ ਨਹੀਂ ਹੋਣਾ ਸੀ। ਇਸ ਚੀਜ਼ ਨੂੰ ਸਾਡੀ ਸਰਕਾਰ, ਸਾਡੇ ਲੋਕ ਸਮਝਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ, ਅਤੇ ਗੁਰੂ ਮਹਾਰਾਜ ਦੇ ਜਿਹੜੇ ਸਿੰਘ ਨੇ ਉਹ ਹਿੰਸਕ ਨਹੀਂ ਹੁੰਦੇ। ਹਿੰਸਾ ਦੇ ਬਾਰੇ, ਵਾਇਲੈਂਸ ਅਤੇ ਨੋਨ ਵਾਇਲੈਂਸ ਦੀਆਂ ਥਿਊਰੀਜ਼, ਅਸੀਂ ਇੱਕ ਪ੍ਰੋਜੈਕਟ ਵੀ ਕੀਤਾ। ਜਦੋਂ ਕੰਮ ਕੀਤਾ, ਵੱਖ-ਵੱਖ ਧਰਮਾਂ ਦੇ ਸਿਧਾਂਤ ਪੜ੍ਹੇ, ਪਰੰਤੂ ਇੱਕ ਗੱਲ ਸਮਝ ਦੇ ਵਿੱਚ ਆਈ ਕਿ ਗੁਰਮਤ ਜਾਂ ਖਾਲਸਾ ਹਿੰਸਕ ਨਹੀਂ ਹੈ। ਖਾਲਸਾ ਹਿੰਸਾ ਨੂੰ ਖਤਮ ਕਰਦਾ ਹੈ। ਹਿੰਸਕ ਜ਼ਾਲਮ ਹੁੰਦਾ ਹੈ। ਜਿਸ ਤਰ੍ਹਾਂ ਡਾਕਟਰ ਚੀਰਾ ਦਿੰਦਾ ਨਾ ਬਿਮਾਰੀ ਨੂੰ ਖਤਮ ਕਰਨ ਦੇ ਲਈ, ਅਤੇ ਗੁਰੂ ਮਹਾਰਾਜ ਨੇ ਜੇਕਰ ਤਲਵਾਰ ਉਠਾਈ ਹੈ ਤਾਂ ਉਹ ਹਿੰਸਾ ਨੂੰ ਖਤਮ ਕਰਨ ਦੇ ਲਈ ਤਲਵਾਰ ਉਠਾਈ ਹੈ। ਅਤੇ ਤਲਵਾਰ ਵੀ ਉਦੋਂ ਹਟਾਈ ਜਦੋਂ ਖਾਲਸਾ ਸੰਤ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਪਾਤਸ਼ਾਹੀਆਂ ਦਾ ਸਫ਼ਰ ਖਾਲਸੇ ਦਾ ਸੰਤ ਰੂਪ ਦਾ ਸਫ਼ਰ ਹੈ। ਅਤੇ ਫਿਰ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਤਲਵਾਰ ਦੀ ਗੱਲ ਕਰਦੇ ਨੇ। ਤਲਵਾਰ ਜਦੋਂ ਖਾਲਸੇ ਦੇ ਕੋਲ ਹੈ ਤਾਂ ਉਹ ਆਮ ਧਾੜਵੀ ਵਾਲੀ ਤਲਵਾਰ ਨਹੀਂ ਹੈ। ਉਹ ਤਲਵਾਰ ਇੱਕ ਸੰਤ ਵਾਲੀ ਤਲਵਾਰ ਹੈ, ਅਤੇ ਜਿਹੜੀ ਦੁਸ਼ਟਾਂ ਦਾ, ਜਿਹੜੀ ਜ਼ੁਲਮ ਦਾ, ਜਿਹੜੀ ਹਿੰਸਾ ਦਾ ਖਾਤਮਾ ਕਰਨ ਦੇ ਲਈ ਹੈ। ਇਹਨੂੰ ਅਸੀਂ ਕਾਊਂਟਰ ਵਾਇਲੈਂਸ ਨਹੀਂ ਕਹਿੰਦੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਹੀ ਅਰਥਾਂ ਦੇ ਵਿੱਚ ਸਮਝਣ ਦੀ ਲੋੜ ਹੈ। ਅਤੇ ਕਈ ਵਾਰੀ ਮਹਾਤਮਾ ਗਾਂਧੀ ਵਰਗੇ ਲੋਕ ਵੀ ਟਪਲਾ ਖਾ ਜਾਂਦੇ ਨੇ, ਅਤੇ ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਿਸਗਾਈਡਡ ਪੈਟਰੀਆਟ ਸੀ। ਇੱਥੋਂ ਤੱਕ ਚਲੇ ਗਏ, ਕਿਉਂਕਿ ਜਦੋਂ ਤੱਕ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਹੀ ਰੂਪ ਦੇ ਵਿੱਚ ਨਹੀਂ ਸਮਝਾਂਗੇ, ਇੱਦਾਂ ਦੇ ਭੁਲੇਖੇ ਪੈਣਗੇ। ਅਤੇ ਇਤਿਹਾਸ ਦੇ ਬਹੁਤ ਸਾਰੇ ਵਿਦਵਾਨਾਂ ਨੇ ਇੱਦਾਂ ਦਾ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਾਤ ਪਾਤ ਦਾ ਖਾਤਮਾ ਕਰਨ ਦੇ ਲਈ ਖਾਲਸਾ ਬਣਾਇਆ। ਕੋਈ ਕਹਿੰਦਾ ਕਿ ਹਿੰਦੂਆਂ ਨੂੰ ਰੱਖਿਆ ਕਰਨ ਦੇ ਲਈ ਖਾਲਸਾ ਬਣਾਇਆ। ਇਹ ਜਿਹੜੇ ਛੋਟੇ ਛੋਟੇ ਪੱਖ ਨੇ, ਇਹ ਸਾਰੇ ਕੁਝ ਦੇ ਲਈ ਖਾਲਸਾ ਹੈ। ਖਾਲਸੇ ਦੇ ਮਿਸ਼ਨ ਨੂੰ ਸੀਮਤ ਕਰਨ ਦੇ ਲਈ ਇਹਦੇ ਪਿੱਛੇ ਪੋਲੀਟਿਕਸ ਹੈ। ਅੱਜ ਪੋਲੀਟਿਕਸ ਹੋ ਰਹੀ ਹੈ ਤੁਹਾਡੇ ਨਾਲ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਉਹ ਕਿਸਾਨਾਂ ਨੇ ਬਿਨਾਂ ਬੋਲੇ ਆਪਣੀ ਅਹਿੰਸਕ ਇੱਕ ਮੂਵਮੈਂਟ ਦੇ ਨਾਲ ਤੁਹਾਨੂੰ ਦੱਸਤਾ ਕਿ ਤੁਹਾਡੇ ਪਿੱਛੇ ਇੱਕ ਪੋਲੀਟਿਕਸ ਹੈ। ਅਤੇ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਾਂ ਤਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਹ ਫਰਜ਼ ਬਣਦਾ ਹੈ ਕਿ ਇੱਦਾਂ ਦੀ ਪੋਲੀਟਿਕਸ ਨੂੰ ਵੀ ਸਮਝਿਆ ਜਾਵੇ, ਸਿਧਾਂਤਾਂ ਨੂੰ ਸਮਝਿਆ ਜਾਵੇ, ਅਤੇ ਸਹੀ ਰੂਪ ਦੇ ਵਿੱਚ ਅਸੀਂ ਖਾਲਸੇ ਦੇ ਮਿਸ਼ਨ ਨੂੰ ਪੇਸ਼ ਕਰੀਏ, ਅਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਅਸੀਂ ਇਸ ਤਰ੍ਹਾਂ ਮਨਾਉਂਦੇ ਰਹੀਏ। ਅਤੇ ਮੈਂ ਉਹਨਾਂ ਸਾਰੇ ਹੀ ਵਿਦਿਆਰਥੀਆਂ ਦਾ, ਜਿਨ੍ਹਾਂ ਨੇ ਬਹੁਤ ਵਧੀਆ
ਰਚਨਾਵਾਂ ਪੇਸ਼ ਕੀਤੀਆਂ ਅਤੇ ਮੈਨੂੰ ਇਹ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਡੇ 'ਤੇ ਕਿਰਪਾ ਹੈ ਕਿ ਇੰਨੇ ਵਧੀਆ ਇਮਾਰਤ ਦੇ ਵਿੱਚ ਇੰਨੇ ਵਧੀਆ ਹੋਣਹਾਰ ਵਿਦਿਆਰਥੀ ਖੁਦਿਆਰਥੀ, ਜਿੱਥੇ ਇੱਕ ਛੋਟੇ MA ਪਾਰਟ 1 ਦੇ ਵਿਦਿਆਰਥੀ ਤੋਂ ਲੈ ਕੇ ਉਮਰ ਦੇ ਵਿੱਚ ਮੈਥੋਂ ਹੀ ਵੱਡੇ ਡਾਕਟਰ ਸੰਪੂਰਨ ਸਿੰਘ ਤੱਕ ਦੇ, ਮਤਲਬ ਕਈ ਪੀੜ੍ਹੀਆਂ ਦੇ ਜਿਹੜੇ ਵਿਦਿਆਰਥੀ ਅਤੇ ਇੰਨੇ ਖੂਬਸੂਰਤ ਢੰਗ ਦੇ ਨਾਲ ਇੰਨੀਆਂ ਵਧੀਆ ਰਚਨਾਵਾਂ ਪੇਸ਼ ਕਰਦੇ ਹੋਣ, ਅੱਜ ਦਾ ਦਿਨ ਬਹੁਤ ਅੱਛਾ ਲੰਘਿਆ। ਸਵੇਰੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਅਸੀਸ ਲਈ ਸਾਡੇ ਬੱਚਿਆਂ ਨੇ ਖੁਦ ਮਹਾਰਾਜ ਦੀ ਬਾਣੀ ਦੇ ਪਾਠ ਕੀਤੇ ਅਤੇ ਕੀਰਤਨ ਕੀਤਾ। ਉਸ ਤੋਂ ਬਾਅਦ ਅਸੀਂ ਇੱਥੇ ਖੁੱਲ੍ਹੇ ਪੰਡਾਲ ਸਜਾਏ ਅਤੇ ਇੱਦਾਂ ਹੀ ਗੁਰੂ ਮਹਾਰਾਜ ਦੇ ਪੰਡਾਲ ਸਜਦੇ ਰਹਿਣ, ਤੁਸੀਂ ਇਸ ਤਰ੍ਹਾਂ ਹਾਜ਼ਰ ਹੁੰਦੇ ਰਹੋ। ਸੋ ਕੋਵਿਡ ਦਾ ਇੱਕ ਦਹਿਸ਼ਤ ਪਤਾ ਨਹੀਂ ਸੀ ਜਾਂ ਪਾਈ ਗਈ ਸੀ, ਇਹ ਆਉਣ ਵਾਲਾ ਸਮਾਂ ਰਿਸਰਚ ਦੱਸੇਗੀ। ਤਕਰੀਬਨ 11 ਮਹੀਨਿਆਂ ਦੇ ਬਾਅਦ ਇਸ ਭਵਨ ਦੇ ਵਿੱਚ ਅਸੀਂ ਇਸ ਰੂਪ ਦੇ ਵਿੱਚ ਜੁੜੇ ਹਾਂ। ਔਰ ਮੈਨੂੰ ਕੱਲ੍ਹ ਸਾਡੇ ਸੇਵਾਦਾਰ ਨਾਰਾਇਣ ਇਹ ਕਹਿ ਰਹੇ ਸੀ ਕਿ ਯੂਨੀਵਰਸਿਟੀ ਦਾ ਪਹਿਲਾ ਖੁੱਲ੍ਹਾ ਸਮਾਗਮ ਹੈ 11 ਮਹੀਨਿਆਂ ਦੇ ਬਾਅਦ ਜਿਹੜਾ ਇਸ ਰੂਪ ਦੇ ਵਿੱਚ ਹੋ ਰਿਹਾ। ਸੋ ਅਸੀਂ ਗੁਰੂ ਮਹਾਰਾਜ ਦੀ ਸਾਡੇ 'ਤੇ ਅਸੀਸ ਹੋਈ ਹੈ ਅਤੇ 21 ਤਰੀਕ ਵੈਸੇ ਰੱਖੀ ਗਈ ਸੀ, ਉਦੋਂ ਸ਼ਾਇਦ ਮੈਨੂੰ ਪਤਾ ਨਹੀਂ ਸੀ ਕਿ 20 ਤਰੀਕ ਦੀ ਸਾਨੂੰ ਛੁੱਟੀ ਨਹੀਂ ਹੈ, ਪਰੰਤੂ ਨਾਲ ਦੀ ਨਾਲ ਸਰਕਾਰ ਦਾ ਵੀ ਨੋਟਿਸ ਆਇਆ ਕਿ 21 ਤਰੀਕ ਤੋਂ ਸਾਰੀਆਂ ਯੂਨੀਵਰਸਿਟੀਆਂ ਕਾਲਜ ਖੁੱਲ੍ਹੇ ਗਏ ਨੇ। ਸੋ ਅਸੀਂ ਸਰਕਾਰੀ ਨੁਕਤੇ ਤੋਂ ਨਿਯਮਾਂ ਦੇ ਤੌਰ 'ਤੇ ਵੀ ਜਿਹੜਾ ਅੱਜ ਦਾ ਫੰਕਸ਼ਨ ਕਰਨ ਦੇ ਲਈ ਕਰ ਸਕਦੇ ਹਾਂ। ਸੋ ਕਿਸੇ ਕਿਸਮ ਦੀ ਗੁਰੂ ਮਹਾਰਾਜ ਦੀ ਜਦੋਂ ਅਸੀਸ ਹੈ, ਸਾਰੇ ਕੰਮ ਸਿੱਧੇ ਹੋ ਜਾਂਦੇ ਨੇ। ਅਗਲੇ ਸਾਲ ਆਪਾਂ ਫਿਰ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਬਾਕੀ ਸਮਾਗਮ ਵੀ ਹੁੰਦੇ ਰਹਿਣਗੇ, ਪਰ ਇਹ ਦਿਹਾੜੇ 'ਤੇ ਆਪਾਂ ਫਿਰ ਇਕੱਠੇ ਹੋਣ ਦਾ ਪਰਨ ਕਰਦੇ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।